ਅੱਜ ਆਪਾਂ ਨਿਊ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ origin of life। origin of life ਦੇ ਵਿੱਚੋਂ ਜੋ ਆਪਣੇ ਇੰਪੋਰਟੈਂਟ ਕੁਐਸਚਨ ਰਹਿਣਗੇ ਮੈਕਸਿਮਮ 3 ਮਾਰਕਸ ਤੱਕ ਕੰਮ ਆਏਗਾ ਆਪਣੇ ਕੋਲ। ਔਰ origin of life ਦੇ ਵਿੱਚ ਆਪਾਂ ਕਰਾਂਗੇ ਫਲੋਰਾ ਤੇ ਫੌਨਾ ਦੇ ਵਿੱਚ ਚੇਂਜਸ ਆ ਫਲੋਰਾ ਐਂਡ ਫੌਨਾ। ਫਲੋਰਾ ਤੇ ਫੌਨਾ ਦੇ ਵਿੱਚ ਜੋ ਚੇਂਜਸ ਆਈਆਂ ਇਹਨਾਂ ਦੋਨਾਂ ਦੇ ਵਿੱਚ ਜੋ ਚੇਂਜਸ ਆਈਆਂ changes over or million years ਲੱਖਾਂ ਸਾਲ ਲੱਗੇ ਜੋ ਹੌਲੀ ਹੌਲੀ ਇਹਨਾਂ ਦੇ ਵਿੱਚ ਚੇਂਜਸ ਆਉਂਦੀਆਂ ਗਈਆਂ ਇਹਨਾਂ ਦੇ ਵਿੱਚ ਐਡਵਾਂਸਮੈਂਟ ਹੁੰਦੀ ਗਈ ਉਹ ਸਾਰਾ ਆਪਾਂ ਇਸ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ ਕਿ ਪਹਿਲਾਂ ਲਾਈਫ ਕਿੱਥੋਂ ਸ਼ੁਰੂ ਹੋਈ ਫਿਰ ਨੈਕਸਟ ਲਾਈਫ ਕਿੱਦਾਂ ਦੀ ਰਹੀ ਉਸ ਤੋਂ ਬਾਅਦ ਵਿੱਚ ਫਲੋਰਾ ਕਿੱਦਾਂ ਆਇਆ ਫੌਨਾ ਕਿੱਦਾਂ ਆਇਆ ਅਰਥ ਤੇ ਇਹ ਸਾਰੀ ਚੀਜ਼ ਆਪਾਂ ਇਸ ਚੈਪਟਰ ਦੇ ਵਿੱਚ ਕਰਾਂਗੇ ਡਿਸਕਸ। ਔਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਵੋਲੂਸ਼ਨ ਦੀ ਜਿਹੜੀ ਟਰਮ ਇੰਟਰੋਡਿਊਸ ਕਰੀ ਸੀ ਹਰਬਰਟ ਸਪੈਂਸਰ। ਇੰਪੋਰਟੈਂਟ ਹੈ ਹਰੇਕ ਚੀਜ਼ ਜੋ ਡਾਇਰੈਕਟ ਆਪਾਂ ਨੂੰ ਹਾਈਲਾਈਟ ਕਰਕੇ ਦੇਈ ਹੋਈ ਹੈ। ਹਰਬਰਟ ਸਪੈਂਸਰ ਇਸਨੇ ਟਰਮ ਦਿੱਤੀ ਸੀ ਐਵੋਲੂਸ਼ਨ। ਔਰ ਡਾਰਵਿਨ ਕੰਸੈਪਟ ਆਫ ਡੀਸੈਂਟ ਵਿਦ ਮੋਡੀਫਿਕੇਸ਼ਨ ਕਿ ਜਿਹੜੀ ਮੋਡੀਫਿਕੇਸ਼ਨ ਹੋਈ ਹੈ ਉਹ ਕਿੱਦਾਂ ਹੋਈ ਉਹ ਸਾਰੀ ਇਹਨਾਂ ਦੀ ਇੱਕ ਥਿਊਰੀ ਹੈ ਡੀਸੈਂਟ ਵਿਦ ਮੋਡੀਫਿਕੇਸ਼ਨ। ਤਾਂ ਉਸ ਕੰਸੈਪਟ ਤੇ ਹੀ ਸਾਰੀ ਐਕਸਪਲੇਨ ਕਰੀ ਹੈ ਐਵੋਲੂਸ਼ਨ। ਟਰਮ ਦਿੱਤੀ ਸੀ ਹਰਬਰਟ ਨੇ ਔਰ ਡੀਸੈਂਟ ਵਿਦ ਮੋਡੀਫਿਕੇਸ਼ਨ ਇਹ ਕਿੰਨੇ ਕਿਹਾ ਸੀਗਾ ਇਹ ਡਾਰਵਿਨ ਦਾ ਕੰਸੈਪਟ ਸੀਗਾ ਕਿ ਲਾਈਫ ਕਿੱਦਾਂ ਕਿੱਦਾਂ ਚੇਂਜ ਹੋਈ ਹੈ। ਔਰ ਐਵੋਲੂਸ਼ਨ ਦੇ ਵਿੱਚ ਚੇਂਜਸ ਕਿਹਦੇ ਵਿੱਚ ਆਈਆਂ ਫਲੋਰਾ ਤੇ ਫੌਨਾ ਦੇ ਵਿੱਚ। ਇੱਕ ਕੰਟੀਨਿਊਸ ਪ੍ਰੋਸੈਸ ਤਾਂ ਫਿਲਹਾਲ ਅਜੇ ਵੀ ਚੱਲ ਰਹੀ ਹੈ ਇਹ ਨਹੀਂ ਕਿ ਐਵੋਲੂਸ਼ਨ ਹੋ ਗਿਆ ਇਹ ਸਟਿਲ ਕੰਟੀਨਿਊ ਹੈ। ਐਵੋਲੂਸ਼ਨ ਇਜ਼ ਸਲੋ ਇਸ ਪੁੱਛ ਸਕਦੇ ਐਵੋਲੂਸ਼ਨ ਦੇ ਕਰੈਕਟਰਿਸਟਿਕਸ ਕੀ ਹੈਗੀਆਂ ਸਲੋ ਹੈ ਗ੍ਰੈਜੂਅਲ ਹੈ ਐਂਡ ਕੰਟੀਨਿਊਸ ਪ੍ਰੋਸੈਸ ਹੈ ਚੇਂਜਸ ਦੀ ਜਿਹੜੀ ਫਲੋਰਾ ਤੇ ਫੌਨਾ ਦੇ ਵਿੱਚ ਸਟਿਲ ਹੋ ਰਹੀ ਹੈ। ਔਰ ਐਵੋਲੂਸ਼ਨ ਸਟਾਰਟ ਕਿੱਥੋਂ ਹੋਈ ਬਿਗ ਬੈਂਗ ਥਿਊਰੀ ਤੋਂ। ਅਗਰ ਆਪਾਂ ਗੱਲ ਕਰਦੇ ਬਿਗ ਬੈਂਗ ਥਿਊਰੀ ਜਦੋਂ ਯੂਨੀਵਰਸ ਇੱਕ ਥਿਊਰੀ ਹੈ ਫਿਜ਼ਿਕਸ ਦੇ ਵਿੱਚ ਕਿ ਇੱਕ ਬਿਗ ਬੈਂਗ ਇੱਕ ਮੈਸਿਵ ਐਕਸਪਲੋਜ਼ਨ ਹੋਇਆ ਉਸ ਤੋਂ ਬਾਅਦ ਵਿੱਚ ਕੀ ਹੈ ਸਾਰੇ ਦੇ ਸਾਰੇ ਜਿੰਨੇ ਵੀ ਗਲੈਕਸੀਜ਼ ਆ ਜਾਂ ਜਿੰਨੇ ਵੀ ਪਲੈਨਟ ਆ ਉਹਨਾਂ ਤੇ ਓਰੀਜਨ ਹੋਇਆ ਬਿਗ ਬੈਂਗ ਥਿਊਰੀ ਤੋਂ। ਤਾਂ ਇਹ ਥਿਊਰੀ ਬਿਗ ਬੈਂਗ ਥਿਊਰੀ ਕਿਹਨੇ ਦੇਈ ਸੀ ਐਬੇ ਲੁਮੇਤਰ। ਤਾਂ ਬਿਗ ਬੈਂਗ ਥਿਊਰੀ ਹੋਈ ਕਦੋਂ 20 ਬਿਲੀਅਨ ਈਅਰਸ ਅਗੋ। ਨੀਚੇ ਵਾਲਾ ਕੁਝ ਕਰਨ ਦੀ ਆਪਾਂ ਜ਼ਰੂਰਤ ਨਹੀਂ ਹੈ ਬਸ ਬਿਗ ਬੈਂਗ ਥਿਊਰੀ ਦੇ ਕਿਨੇ ਸੀ ਐਬੇ ਲੁਮੇਤਰੇ ਔਰ ਕਿੰਨੇ ਪਹਿਲਾਂ ਬਿਗ ਬੈਂਗ ਹੋਇਆ 20 ਬਿਲੀਅਨ ਈਅਰਸ ਅਗੋ। ਨੈਕਸਟ ਦੇਖੋ ਅਰਥ ਦੀ ਜਿਹੜੀ ਓਰੀਜਨ ਹੋਇਆ ਉਹ ਕਦੋਂ ਹੋਇਆ ਅਗਰ 20 ਬਿਲੀਅਨ ਈਅਰਸ ਅਗੋ ਆ ਉਸ ਤੋਂ ਬਾਅਦ ਵਿੱਚ ਕੀ ਹੋਇਆ ਇਹ ਸਾਰੇ ਦੇ ਸਾਰੇ ਪਲੈਨਟ ਜਾਂ ਗੈਸਸ ਫਾਰਮ ਹੀ ਸੀਗੀਆਂ ਪਹਿਲਾਂ। ਉਸ ਤੋਂ ਬਾਅਦ ਵਿੱਚ ਜਿੱਦਾਂ ਜਿੱਦਾਂ ਕਿ ਡਿਫਰੈਂਟ ਟਾਈਪ ਦੇ ਜਿਹੜੇ ਐਲੀਮੈਂਟ ਸੀ ਉਹ ਮਿਲੇ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਉਹਨਾਂ ਚੀਜ਼ਾਂ ਬਣਾਉਣੀਆਂ ਸ਼ੁਰੂ ਕਰਤੀਆਂ। ਤਾਂ ਉਸੇ ਤਰ੍ਹਾਂ ਹੀ ਜੋ ਅਰਥ ਤੇ ਆਪਾਂ ਕਹਿ ਸਕਦੇ ਓਰੀਜਨ ਹੋਇਆ ਉਹ 20 ਬਿਲੀਅਨ ਅਗੋ ਤਾਂ ਪਹਿਲਾਂ ਬਿਗ ਬੈਂਗ ਹੋ ਗਿਆ। ਉਸ ਤੋਂ ਬਾਅਦ ਵਿੱਚ ਅਗਰ ਆਪਾਂ ਅੱਜ ਦੇ ਟਾਈਮ ਤੋਂ ਕਹਿੰਦੇ ਹਾਂ ਤਾਂ ਅੱਜ ਤੋਂ ਪਹਿਲਾਂ 4.5 ਬਿਲੀਅਨ ਈਅਰਸ ਅਗੋ ਕੀ ਹੈਗਾ ਇਹ ਅਰਥ ਦਾ ਓਰੀਜਨ ਹੋਇਆ। ਅਰਥ ਓਰੀਜਿਨੇਟ ਬਿਫੋਰ ਜਬ 4.5 ਬਿਲੀਅਨ ਈਅਰ ਅਗੋ। ਅਰਥ ਅੱਜ ਤੋਂ 4.5 ਬਿਲੀਅਨ ਜਾਂ ਫਿਰ ਆਪਾਂ ਇਹ ਕਹਿ ਸਕਦੇ 450
ਕਰੋੜ ਲਗਭਗ 450 ਕਰੋੜ ਸਾਲ ਹੋ ਗਏ ਹੈ ਅੱਜ ਤੋਂ ਪਹਿਲਾਂ ਅਰਥ ਨੂੰ ਬਣੇ ਤਾਂ ਅਰਥ ਜਦੋਂ ਹੋਈ ਸੀ ਬਹੁਤ ਜ਼ਿਆਦਾ ਇਸ ਦਾ ਜਿਹੜਾ ਸਰਫੇਸ ਸੀ ਬਹੁਤ ਗਰਮ ਸੀਗਾ, ਟੈਂਪਰੇਚਰ ਬਹੁਤ ਹਾਈ ਸੀ। ਤਾਂ ਜਦੋਂ ਅਰਲੀ ਅਰਥ ਸੀ ਟੈਂਪਰੇਚਰ ਕਿੰਨਾ ਸੀ ਉੱਥੇ 5 ਤੋਂ 6000 ਡਿਗਰੀ ਸੈਲਸੀਅਸ, ਔਰ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਉਹਦੇ ਤੇ ਐਟਮੋਸਫੇਅਰ ਸੀ। ਜਦੋਂ ਬਿਗ ਬੈਂਗ ਹੋਇਆ, ਬਿਗ ਬੈਂਗ ਤੋਂ ਬਾਅਦ ਵਿੱਚ ਲਗਭਗ 1550 ਕਰੋੜ ਸਾਲ 15.5 ਬਿਲੀਅਨ ਈਅਰਸ ਤੱਕ ਤਾਂ ਬਿਗ ਬੈਂਗ ਤੋਂ ਬਾਅਦ ਅਰਥ ਕਿਤੇ ਹੈ ਹੀ ਨਹੀਂ ਸੀਗੇ, ਅਰਥ ਦਾ ਓਰੀਜਨ ਹੀ ਨਹੀਂ ਹੋਇਆ। ਔਰ ਇੰਨੇ ਈਅਰ ਤੋਂ ਬਾਅਦ ਵਿੱਚ ਅਰਥ ਦਾ ਓਰੀਜਨ ਹੋਇਆ। ਬਿਗ ਬੈਂਗ ਕਦੋਂ ਹੋਈ ਸੀ 20 ਬਿਲੀਅਨ ਈਅਰਸ ਅਗੋ, ਔਰ ਇੰਨੇ ਤੱਕ ਜਿਹੜੇ ਵਿੱਚੋਂ 15.5 ਬਿਲੀਅਨ ਈਅਰ ਜਿਹੜੇ ਸੀ ਵਿੱਚੋਂ ਅਰਥ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਸੁਰਾਗ ਨਹੀਂ ਹੈ। ਔਰ ਅਰਥ ਜੋ ਆਪਾਂ ਹੁਣ ਗੱਲ ਕਰਦੇ ਹਾਂ, ਅਰਥ ਅੱਜ ਤੋਂ 4.5 ਬਿਲੀਅਨ ਈਅਰਸ ਅਗੋ ਕੀ ਹੈ, ਅਰਥ ਦਾ ਓਰੀਜਨ ਹੋਇਆ 4.5 ਬਿਲੀਅਨ ਈਅਰ ਅਗੋ। ਔਰ ਜੋ ਅਰਲੀ ਅਰਥ ਤੇ ਟੈਂਪਰੇਚਰ ਕਿੰਨਾ ਸੀਗਾ 5000 ਤੋਂ 6000 ਡਿਗਰੀ ਸੈਲਸੀਅਸ, ਔਰ ਕੋਈ ਕਿਸੇ ਤਰ੍ਹਾਂ ਦਾ ਐਟਮੋਸਫੇਅਰ ਨਹੀਂ ਸੀ। ਔਰ ਜੋ ਪਰਮਿਟਿਵ ਅਰਥ ਸੀਗੀ, ਜੋ ਪਹਿਲਾਂ ਵਾਲੀ ਅਰਥ ਅਰਲੀ ਅਰਥ ਤੇ ਕਿਹੜੀ ਕਿਹੜੀ ਵਾਲੀਆਂ ਚੀਜ਼ਾਂ ਸੀਗੀਆਂ, ਹਾਈ ਟੈਂਪਰੇਚਰ ਸੀ, ਵੋਲਕੈਨੋ ਇਰਪਸ਼ਨ ਸੀਗੇ, ਮੋਲਟਨ ਮਾਸ ਸੀਗਾ ਜਿਹੜਾ ਵੋਲਕੈਨੋ ਦੇ ਵਿੱਚੋਂ ਨਿਕਲ ਰਿਹਾ ਸੀ, ਜਿਹਨੂੰ ਆਪਾਂ ਲਾਵਾ ਕਹਿ ਦਿੰਦੇ ਹਾਂ। ਉਹ ਹੌਲੀ ਹੌਲੀ ਕੀ ਹੋਇਆ, ਕਵਰ ਦੀ ਅਰਥ ਸਰਫੇਸ ਐਂਡ ਇਟ ਰਿਲੀਜ਼ਸ। ਸਭ ਤੋਂ ਪਹਿਲਾਂ ਕੀ ਆ, ਜੋ ਵੋਲਕੈਨੋ ਇਰਪਸ਼ਨ ਹੋ ਰਹੇ ਸੀ, ਵੋਲਕੈਨੋ ਲਾਵਾ ਜਿਹੜਾ ਸੀ ਉਹ ਗੈਸਸ ਰਿਲੀਜ਼ ਕਰ ਰਿਹਾ ਸੀ, ਕਿਹੜੇ ਵਾਲੀ, ਮਿਥੇਨ, ਅਮੋਨੀਆ, ਕਾਰਬਨ ਡਾਈਆਕਸਾਈਡ ਐਂਡ ਵਾਟਰ। ਇਹ ਸਾਰੇ ਕੀ ਹੈਗੇ ਸੀ, ਜਦੋਂ ਵੋਲਕੈਨੋ ਇਰਪਸ਼ਨ ਹੁੰਦਾ ਸੀ, ਵੋਲਕੈਨੋ ਇਰਪਸ਼ਨ ਦੇ ਵਿੱਚ ਜਿਹੜੇ ਵੋਲਕੈਨੋ ਦੇ ਵਿੱਚ ਨਿਕਲਣ ਵਾਲਾ ਲਾਵਾ ਸੀ ਉਹ ਇਹ ਸਾਰੀਆਂ ਗੈਸਸ ਨੂੰ ਪ੍ਰੋਡਿਊਸ ਕਰ ਰਿਹਾ ਸੀ। ਵਾਟਰ ਪਹਿਲਾਂ ਨਹੀਂ ਆਇਆ, ਪਹਿਲਾਂ ਕੀ ਆਇਆ ਸੀ, ਵਾਟਰ ਵੈਪਰ ਆਇਆ। ਹੁਣ ਇਹ ਸੋਚੋ ਕਿ ਵਾਟਰ ਵੈਪਰ ਕਿੱਦਾਂ ਹੋਊਗਾ, ਕਿ ਪਾਣੀ ਤੋਂ ਭਾਪ ਬਣ ਰਹੀ ਹੈ ਲੇਕਿਨ ਵਾਟਰ ਵੈਪਰ ਕਿੱਦਾਂ, ਕਿਉਂਕਿ ਅਰਥ ਦਾ ਐਟਮੋਸਫੇਅਰ ਜਿਹੜਾ ਸੀ ਕੋਈ ਐਟਮੋਸਫੇਅਰ ਨਹੀਂ ਸੀਗਾ, ਟੈਂਪਰੇਚਰ ਇੰਨਾ ਜ਼ਿਆਦਾ ਸੀ, ਵਾਟਰ ਨਹੀਂ ਸੀਗਾ, ਵਾਟਰ ਵੈਪਰ ਦੀ ਫਾਰਮ ਵਿੱਚ ਸੀ। ਜੋ ਵੀ ਆਪਣੇ ਕੋਲ ਚੀਜ਼ਾਂ ਸੀਗੀਆਂ H2O ਵੈਪਰ ਫਾਰਮ ਵਿੱਚ ਸੀ, ਗੈਸਸ ਫਾਰਮ ਵਿੱਚ। ਜਿੱਦਾਂ ਜਿੱਦਾਂ ਐਟਮੋਸਫੇਅਰ ਜਾਂ ਅਰਥ ਦਾ ਜਿਹੜਾ ਟੈਂਪਰੇਚਰ ਹੈ ਉਹ ਲੋ ਹੋਣਾ ਸ਼ੁਰੂ ਹੋਇਆ, ਤਾਂ ਇਹ ਵਾਟਰ ਵੈਪਰ ਜਿਹੜੇ ਸੀਗੇ ਪਰਮਿਟਿਵ ਓਸ਼ਨਸ ਉਹਦੇ ਵਿੱਚ ਜਿਹੜੇ ਫਿਲ ਹੋਣਾ ਸ਼ੁਰੂ ਹੋ ਗਿਆ, ਕੂਲ ਹੋ ਕੇ ਇਹ ਸਰਫੇਸ ਤੇ ਆਇਆ ਔਰ ਉੱਥੇ ਓਸ਼ਨਸ ਬਣਨੇ ਸ਼ੁਰੂ ਹੋ ਗਏ। ਦੇਖੋ ਵਾਟਰ ਦੇ ਉੱਪਰ ਜਦੋਂ ਯੂਵੀ ਰੇਜ਼, ਕਿਉਂਕਿ ਐਟਮੋਸਫੇਅਰ ਤਾਂ ਸੀ ਨਹੀਂ, ਐਟਮੋਸਫੇਅਰ ਨਹੀਂ ਸੀ, ਓਜ਼ੋਨ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਲੇਅਰ ਨਹੀਂ ਸੀ, ਤੇ ਨਹੀਂ ਹੈਗੀ ਸੀ ਲੇਅਰ, ਤੇ ਜਿਹੜਾ H2 ਵਾਟਰ ਵੈਪਰ ਸੀ ਇਹਨੇ ਕੀ ਇੱਥੋਂ ਪ੍ਰੋਡਿਊਸ ਕਰਨਾ ਸ਼ੁਰੂ ਕਰਤਾ, ਹਾਈਡਰੋਜਨ ਤੇ ਨੇਸੈਂਟ ਆਕਸੀਜਨ। ਤੇ ਉਸ ਤੋਂ ਬਾਅਦ ਕੀ ਆਪਣੇ ਕੋਲ ਮੀਥੇਨ, ਅਮੋਨੀਆ ਔਰ ਨੇਸੈਂਟ ਆਕਸੀਜਨ ਮਿਲ ਕੇ ਕੀ ਬਣਨਾ ਸ਼ੁਰੂ ਹੋ ਗਿਆ ਆਪਣੇ ਕੋਲ, ਵਾਟਰ ਵੈਪਰ, ਕਾਰਬਨ ਡਾਈਆਕਸਾਈਡ ਐਂਡ ਨਾਈਟ੍ਰਾਈਡਸ। ਇਹ ਸਾਰੇ ਦੇ ਸਾਰੇ ਜਿੱਦਾਂ ਜਿੱਦਾਂ ਪ੍ਰੋਸੈਸਸ ਚੱਲਦੀਆਂ ਗਈਆਂ, ਇਹ ਅਰਥ ਦੇ ਸਰਫੇਸ ਤੇ ਇਹ ਵਾਲੀ ਚੀਜ਼ਾਂ ਬਣਨੀਆਂ ਸ਼ੁਰੂ ਹੋ ਗਈਆਂ। ਵੋਲਕੈਨੋ ਇਰਪਸ਼ਨ ਦੇ ਵਿੱਚ ਜੋ ਵੋਲਕੈਨੋ ਚ ਨਿਕਲਣ ਵਾਲਾ ਲਾਵਾ ਸੀ, ਇਹ ਪੁੱਛ ਲੈਂਦੇ ਆ ਕਿ ਕਿਹੜੇ ਵਾਲੇ ਸਬਸਟੈਂਸ ਪਹਿਲਾਂ ਸੀਗੇ, ਮਿਥੇਨ, ਅਮੋਨੀਆ, ਕਾਰਬਨ ਡਾਈਆਕਸਾਈਡ, ਵਾਟਰ ਵੈਪਰ, ਹਾਈਡਰੋਜਨ। ਇਹ ਪੁੱਛ ਸਕਦੇ ਆ ਕਿ ਜਦੋਂ ਪਰਮਿਟਿਵ ਅਰਥ ਸੀ ਤਾਂ ਐਟਮੋਸਫੇਅਰ ਨਹੀਂ ਸੀ, ਤਾਂ ਉਦੋਂ ਕਿਹੜੇ ਕਿਹੜੇ ਵਾਲੇ ਗੈਸਸ ਆਪਾਂ ਨੂੰ ਮਿਲਦੀਆਂ, ਮਿਥੇਨ, ਅਮੋਨੀਆ, ਕਾਰਬਨ ਡਾਈਆਕਸਾਈਡ ਔਰ ਨਾਲ ਆਪਣੇ ਕੋਲ ਆ ਵਾਟਰ ਵੈਪਰ। ਵਾਟਰ ਵੈਪਰ ਤੋਂ ਹੀ ਅੱਗੇ ਕੀ ਹੋਇਆ, ਹਾਈਡਰੋਜਨ ਔਰ ਨੇਸੈਂਟ ਆਕਸੀਜਨ, ਨੇਸੈਂਟ ਆਕਸੀਜਨ। ਹੁਣ ਅਮੋਨੀਆ, ਮਿਥੇਨ, ਅਮੋਨੀਆ ਐਂਡ ਨੇਸੈਂਟ ਆਕਸੀਜਨ ਇਹ ਰਿਐਕਟ ਕਰਕੇ ਨਾ ਕੀ ਬਣਾਤਾ, ਵਾਟਰ, ਕਾਰਬਨ ਡਾਈਆਕਸਾਈਡ ਤੇ ਨਾਈਟ੍ਰਾਈਡ ਹੋ। ਔਰ ਜਦੋਂ ਆਕਸੀਜਨ ਅਜੇ ਵੀ ਇੱਥੇ ਨਹੀਂ ਹੈ, ਆਕਸੀਜਨ ਦੀ ਪ੍ਰੈਜ਼ੈਂਸ ਨਹੀਂ ਹੈ, ਆਕਸੀਜਨ ਦੀ ਪ੍ਰੈਜ਼ੈਂਸ ਨਹੀਂ ਹੈ, ਤਾਂ ਉਸ ਸਮੇਂ ਆਪਣਾ ਜਿਹੜਾ ਐਟਮੋਸਫੇਅਰ ਸੀ, ਹਾਈਡਰੋਜਨ ਗੈਸ ਹੈ, ਮਿਥੇਨ ਹੈ, ਅਮੋਨੀਆ, ਇਹਨਾਂ ਕੀ ਬਣਾਇਆ ਸੀ, ਰਿਡਿਊਸਿੰਗ ਐਟਮੋਸਫੇਅਰ।
ਕਿਉਂਕਿ ਹਾਈਡਰੋਜਨ ਪ੍ਰੈਜ਼ੈਂਟ ਹੈ, ਆਕਸੀਜਨ ਨਹੀਂ ਹੈ, ਤਾਂ ਉਸ ਸਮੇਂ ਜਿਹੜਾ ਹੈ ਆਪਣੇ ਕੋਲ ਐਟਮੋਸਫੇਅਰ ਸੀ ਉਹ ਰਿਡਿਊਸਿੰਗ ਸੀਗਾ। ਇਹ ਪੁੱਛ ਸਕਦੇ ਕਿ ਪਰਮਿਟਿਵ ਅਰਥ ਦਾ ਜਿਹੜਾ ਐਟਮੋਸਫੇਅਰ ਸੀ ਉਸਦੀ ਨੇਚਰ ਕਿਵੇਂ ਦੀ ਸੀਗੀ, ਰਿਡਿਊਸਿੰਗ ਨੇਚਰ। ਫਿਰ ਜਿੱਦਾਂ ਜਿੱਦਾਂ ਅਰਥ ਦਾ ਟੈਂਪਰੇਚਰ ਲੋ ਹੁੰਦਾ ਗਿਆ, 100 ਡਿਗਰੀ ਤੋਂ ਨੀਚੇ ਆਇਆ, ਤਾਂ ਹਾਈਡਰੋਸਫੀਅਰ ਬਣਨੇ ਸ਼ੁਰੂ ਹੋ ਗਏ, ਆਲਸੋ ਫॉर्म ਡਿਊ ਟੂ ਦੀ ਕੰਡੈਂਸੇਸ਼ਨ ਆਫ ਵਾਟਰ ਵੈਪਰ ਜਾਂ ਰੇਨਿੰਗ ਦੇ ਜ਼ਰੀਏ। ਜਿੱਦਾਂ ਜਿੱਦਾਂ ਐਟਮੋਸਫੇਅਰ ਕੂਲ ਹੋਣਾ ਸ਼ੁਰੂ ਹੋ ਗਿਆ, ਤਾਂ ਹਾਈਡਰੋਸਫੀਅਰ ਫॉर्म ਹੋਣਾ ਸ਼ੁਰੂ ਹੋ ਗਿਆ, ਹਾਈਡਰੋਸਫੀਅਰ। ਔਰ ਹਾਈਡਰੋਸਫੀਅਰ ਰੇਨ ਦੇ ਜ਼ਰੀਏ ਵੀ ਹੋ ਗਏ, ਜਾਂ ਫਿਰ ਵਾਟਰ ਵੈਪਰ ਕੰਡੈਂਸ ਹੋ ਕੇ ਜਦੋਂ ਅਰਥ ਤੇ ਫੋਲ ਕਰਨਾ ਸ਼ੁਰੂ ਕਰ। ਤਾਂ ਇਹ ਬੇਸਿਕਲੀ ਆਪਾਂ ਨੂੰ ਦੇ ਰੱਖਿਆ ਕਿ ਅਰਥ ਦੀ ਜਿਹੜੀ ਫੋਰਮੇਸ਼ਨ ਹੈ ਕਿੱਦਾਂ ਦੀ। ਅਰਥ ਕੋਰ ਦੇ ਵਿੱਚ ਕਿਹੜੇ ਵਾਲੀ ਹੈ, ਕੰਟੇਨ ਹੈਵੀ ਮੈਟਲਸ ਲਾਈਕ ਆਇਰਨ, ਨਿਕਲ ਵਰਗੀ ਹੈ। ਅਰਥ ਕਰਸਟ ਜਿਹੜੀ ਹੈ, ਜਿਹਨੂੰ ਲਿਥੋਸਫੀਅਰ ਵੀ ਕਹਿੰਦੇ ਆ, ਉਹਦੇ ਵਿੱਚ ਕਿਹੜੇ ਕਿਹੜੇ ਮੈਟਲ ਦੇ ਰੱਖੇ, ਸਿਲੀਕੋਨ, ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਫੋਸਫੋਰਸ, ਕਲੋਰੀਨ ਐਂਡ ਸਿਲਵਰ। ਇੱਦਾਂ ਹੀ ਐਟਮੋਸਫੇਅਰ ਵਿੱਚ ਕਿਹੜੇ ਬਣੇ ਆਪਣਾ, ਹਾਈਡਰੋਜਨ, ਹੀਲੀਅਮ, ਆਰਗਨ, ਨਾਈਟ੍ਰੋਜਨ, ਆਕਸੀਜਨ ਐਂਡ ਕਾਰਬਨ। ਇਹ ਆਪਾਂ ਨੂੰ ਫਿਲਹਾਲ ਸਿਰਫ ਔਰ ਸਿਰਫ ਪ੍ਰਿਮਿਟਿਵ ਦੀ ਹੀ ਆਪਾਂ ਗੱਲ ਕਰ ਰਹੇ ਹਾਂ, ਜੋ ਆਪਣੇ ਕੋਲੋਂ ਉਸ ਸਮੇਂ ਦੀ ਹੈ। ਆਕਸੀਜਨ ਗੈਸ ਨਹੀਂ, ਆਕਸੀਜਨ ਐਲੀਮੈਂਟ ਹੈ, ਕਾਰਬਨ ਐਲੀਮੈਂਟ ਹੈ, ਨਾਈਟ੍ਰੋਜਨ ਐਲੀਮੈਂਟ, ਆਰਗਨ, ਹੀਲੀਅਮ, ਹਾਈਡਰੋਜਨ, ਇਹ ਸਾਰੇ ਐਲੀਮੈਂਟ ਦੀ ਹੀ ਗੱਲ ਕਰ ਰਹੇ ਹਾਂ ਐਟਮੋਸਫੇਅਰ ਵਿੱਚ। ਔਰ ਹਾਈਡਰੋਸਫੀਅਰ ਦੇ ਵਿੱਚ ਹੌਟ ਬੋਇਲਿੰਗ ਵਾਟਰ ਇਨ ਓਸ਼ੀਅਨ, ਕਿਉਂਕਿ ਜਿੱਦਾਂ ਜਿੱਦਾਂ ਕੰਡੈਂਸ ਹੋਇਆ, ਪਾਣੀ ਨੀਚੇ ਆਇਆ, ਅਰਥ ਦਾ ਟੈਂਪਰੇਚਰ 100 ਡਿਗਰੀ ਤੋਂ ਬਿਲੋ ਹੋਇਆ ਥੋੜਾ, ਨੋਰਮਲ ਅਜੇ ਤੱਕ ਹੈਬਿਟੇਸ਼ਨਲ ਰੇਂਜ 'ਚ ਨਹੀਂ ਹੋਇਆ, ਤੇ ਇਸ ਲਈ ਜਿਹੜਾ ਆਪਣੇ ਕੋਲ ਹਾਈਡਰੋਸਫੀਅਰ ਸੀ, ਹੌਟ ਬੋਇਲਿੰਗ ਵਾਟਰ ਇਨ ਓਸ਼ੀਅਨ, ਓਸ਼ੀਅਨ ਦਾ ਜਿਹੜਾ ਵਾਟਰ ਆ ਉਹ ਅਜੇ ਕੀ ਆ, ਹੌਟ ਆ। ਔਰ ਰਿਡਿਊਸਿੰਗ ਨੇਚਰ ਹੈਗੀ ਆ ਅਰਥ ਦੇ ਐਟਮੋਸਫੇਅਰ ਦੀ, ਕਿਉਂਕਿ ਆਕਸੀਜਨ ਅਜੇ ਤੱਕ ਨਹੀਂ ਆਇਆ। ਆਕਸੀਜਨ ਐਲੀਮੈਂਟ ਆ ਗਿਆ, ਲੇਕਿਨ ਆਕਸੀਜਨ ਗੈਸ ਜੋ ਹੈ ਉਹ ਫਿਲਹਾਲ ਕੀ ਹੈ, ਅਜੇ ਤੱਕ ਐਬਸੈਂਟ। ਇਹ ਸੀ ਜੋ ਆਪਣਾ ਅਰਲੀ ਅਰਥ ਜਿਹੜੀ ਆ, ਜੇ ਪਰਮਿਟਿਵ ਅਰਥ ਤੇ ਕਿੱਦਾਂ ਦਾ এনवायरमेंट ਸੀ ਜਦੋਂ ਬਿਗ ਬੈਂਗ ਹੋਇਆ। ਬਿਗ ਬੈਂਗ ਹੋਣ ਤੋਂ ਬਾਅਦ ਜੋ ਅਰਥ ਅਰਲੀ ਪਰਮਿਟਿਵ ਅਰਥ, ਜੇ ਆਪਾਂ ਪਰਮਿਟਿਵ ਅਰਥ ਦੀ ਗੱਲ ਕਰਦੇ ਹਾਂ, ਤਾਂ ਇਹ ਸਭ ਏਦਾਂ ਦੀ ਕੰਡੀਸ਼ਨ ਸੀ ਉਸ ਸਮੇਂ। ਨੈਕਸਟ ਹੈ ਥਿਊਰੀਜ਼ ਫॉर origin ਆਫ ਲਾਈਫ। ਲਾਈਫ ਕਿੱਦਾਂ ਸ਼ੁਰੂ ਹੋਈ, ਇਹ ਆਪਣੇ ਆਪਣੇ ਹਰ ਇੱਕ ਜਿੰਨੇ ਵੀ ਇੰਟਰਸਟ ਲਿਆ ਉਸਨੇ ਥਿਊਰੀ ਦੇ ਦਿੱਤੇ। ਔਰ ਆਪਣੇ ਕੋਲੋਂ 6 ਥਿਊਰੀਜ਼ ਆਈਆਂ। ਥਿਊਰੀ ਆਫ ਸਪੈਸ਼ਲਾਈਜੇਸ਼ਨ, ਸਪੈਸ਼ਲ ਕ੍ਰੀਏਸ਼ਨ ਹੋ ਗਿਆ। ਨੈਕਸਟ ਹੈ cosmic panspermia theory, theory of catastrophism या फिर sudden creation होगी, तो theory of spontaneous generation, theory of biogenesis और operant Haldane theory। ਇਹ ਸਾਰੇ ਦੇ ਸਾਰੀਆਂ ਜਿਹੜੀਆਂ ਥਿਊਰੀਜ਼ ਆਈਆਂ, ਇਹਨੇ ਥੋੜਾ ਥੋੜਾ ਐਵੀਡੈਂਸ ਦਿੱਤਾ, ਲੇਕਿਨ ਕੁਝ ਐਦਾਂ ਦੇ ਸੀ ਜੋ ਸਾਇੰਸ ਦੇ ਅਕੋਰਡਿੰਗ ਅਸੈਪਟੇਬਲ ਨਹੀਂ ਸੀ। ਜਿੱਦਾਂ ਆਪਣੇ ਕੋਲ ਥਿਊਰੀ ਆਫ ਸਪੈਸ਼ਲ ਕ੍ਰੀਏਸ਼ਨ, ਤਾਂ ਇਹਦੇ ਵਿੱਚ ਕੀ ਸੀਗਾ, ਫਾਦਰ ਸੋਰਸ। ਪੁੱਛ ਸਕਦੇ ਆ ਸਪੈਸ਼ਲ ਥਿਊਰੀ ਆਫ ਸਪੈਸ਼ਲ ਕ੍ਰੀਏਸ਼ਨ ਕਿਹਨੇ ਦਿੱਤੀ ਹੈ, ਫਾਦਰ ਸੋਰਸ। ਤੇ ਇਹਨੇ ਕਹਿ ਦਿੱਤਾ ਕਿ ਜਿੱਦਾਂ ਦੇ ਸਾਰੇ ਆਰਗੇਨਿਜ਼ਮ ਹੈਗੇ ਆ, ਇਦਾਂ ਹੀ ਸਟਾਰਟ ਤੋਂ ਹੀ ਸੀਗੇ। ਆਲ ਲਿਵਿੰਗ ਆਰਗੇਨਿਜ਼ਮ ਦੈਟ ਵੀ ਸੀ ਟੂਡੇ ਵਰ ਕ੍ਰੀਏਟਡ ਐਜ਼ ਸਚ। ਇਹਨਾਂ ਦਾ ਇਹ ਕਹਿਣਾ ਸੀ ਕਿ ਜਿੱਦਾਂ ਦੇ ਹੁਣ ਸਾਰੇ ਆਰਗੇਨਿਜ਼ਮ ਹੈ, ਇਹ ਐਜ਼ ਸੱਚ ਹੀ ਸੀਗੇ, ਇਹਨਾਂ ਦੇ ਵਿੱਚ ਕੋਈ ਵੀ ਐਵੋਲੂਸ਼ਨ ਜਾਂ ਕੋਈ ਐਡਵਾਂਸਮੈਂਟ ਨਹੀਂ ਹੋਈ, ਇਹ ਸਟਾਰਟ ਤੋਂ ਹੀ ਇਦਾਂ ਦੇ ਇਦਾਂ ਹੀ ਸਾਰੇ ਪ੍ਰੋਡਿਊਸ ਹੋਏ ਆ। ਐਂਡ ਦੀ ਡਿਵਰਸਿਟੀ ਵਾਜ਼ ਆਲਵੇਜ਼ ਦੀ ਸੇਮ ਸਿੰਸ ਕ੍ਰੀਏਸ਼ਨ ਐਂਡ ਵਿਲ ਬੀ ਦੀ ਸੇਮ ਇਨ ਫਿਊਚਰ। ਔਰ ਡਿਵਰਸਿਟੀ ਕਹਿੰਦੇ ਜਿੰਨੇ ਤਰ੍ਹਾਂ ਦੇ ਵੀ ਫਲੋਰਾ ਜਾਂ ਫੋਨਾ ਦੇ ਵਿੱਚ ਲਿਵਿੰਗ ਥਿੰਗ ਹੈਗੀਆਂ, ਇਹ ਸਾਰੀਆਂ ਦੇ ਸਾਰੀਆਂ ਸ਼ੁਰੂ ਤੋਂ ਹੀ ਇਦਾਂ ਸੀ, ਔਰ ਇਨ ਫਿਊਚਰ ਵੀ ਸੇਮ ਹੀ ਰਹਿਣਗੀਆਂ। ਨਾ ਤਾਂ ਕੋਈ ਨਿਊ ਆਰਗੇਨਿਜ਼ਮ ਐਡ ਹੋਏਗਾ, ਨਾ ਹੀ ਕੋਈ ਰਿਡਿਊਸ ਹੋਏਗਾ। ਐਂਡ ਅਰਥ ਕਹਿੰਦੇ ਸਿਰਫ ਔਰ ਸਿਰਫ 4000 ਸਾਲ ਪਹਿਲਾਂ ਦੀ ਹੈ। 4.5 ਬਿਲੀਅਨ ਈਅਰ ਆਪਾਂ ਕਰਕੇ ਆਏ ਸੀ ਬਿਗ ਬੈਂਗ ਥਿਊਰੀ ਤੋਂ, ਲੇਕਿਨ ਇਹਨਾਂ ਨੇ ਜਿਹੜੀ ਥਿਊਰੀ ਆਫ ਸਪੈਸ਼ਲ ਕ੍ਰੀਏਸ਼ਨ ਦੀ ਗੱਲ ਕਰੀ, ਉਹਨਾਂ ਕਿਹਾ ਸੀ ਕਿ ਅਰਥ ਸਿਰਫ ਔਰ ਸਿਰਫ 4000 ਸਾਲ ਪਹਿਲਾਂ ਦੀ ਹੀ ਬਣੀ ਹੋਈ। ਔਰ ਇਸ ਥਿਊਰੀ ਨੂੰ ਚੈਲੰਜ ਕਰਿਆ ਸੀ
ਚਾਰਲਸ ਡਾਰਵਿਨ ਐਂਡ ਵੈਲਕ ਨੇ। ਦੇ ਬਲੀਵ that ਲਾਈਫ forms will over the period of time। ਇਹਨਾਂ ਨੇ ਇਹ ਕਿਹਾ ਸੀ ਕਿ ਜਿਹੜੀ ਲਾਈਫ ਹੈਗੀ ਹੈ ਉਹ ਸਮੇਂ ਦੇ ਨਾਲ ਨਾਲ ਹੀ ਚੇਂਜ ਹੁੰਦੀ ਗਈ ਆ ਉੱਪਰ ਅਰਥ ਦੇ ਜਿਹੜੇ ਆ ਜਿਹੜੀ ਲਾਈਫ ਆਈ ਹੈ ਉਹ ਹਰੇਕ ਪੀਰੀਅਡ ਦੇ ਅਕੋਰਡਿੰਗ ਲਾਈਫ ਚੇਂਜ ਹੁੰਦੀ ਗਈ ਅਰਥ ਦੇ ਉੱਪਰ। ਤਾਂ ਥਿਊਰੀ ਆਫ ਸਪੈਸ਼ਲ ਕ੍ਰੀਏਸ਼ਨ ਫਾਦਰ ਸੋਰਸ ਇਹਨੇ ਕਿਹਾ ਸੀ ਕਿ ਜਿੰਨੇ ਆਰਗੇਨਿਜ਼ਮ ਹੈ ਇਹ ਐਜ਼ ਸੱਚ ਹੀ ਪ੍ਰੋਡਿਊਸ ਹੋਏ ਸੀ ਔਰ ਜਿੰਨੀ ਡਿਵਰਸਿਟੀ ਹੁਣ ਹੈ ਇੰਨੀ ਫਿਊਚਰ ਵਿੱਚ ਰਹੇਗੀ ਔਰ ਇੰਨੀ ਹੀ ਸ਼ੁਰੂ ਤੋਂ ਸੀ ਔਰ ਅਰਥ ਦਾ ਜਿਹੜਾ ਓਰੀਜਨ ਹੈ ਉਹ 4 ਇਅਰਸ ਅਗੋ ਹੋਇਆ ਜਸਟ। ਨੈਕਸਟ ਥਿਊਰੀ ਆਪਣੇ ਕੋਲ ਕਾਸਮਿਕ ਪੈਨਸਪਰਮੀਆ ਥਿਊਰੀ। ਕਾਸਮਿਕ ਪੈਨਸਪਰਮੀਆ ਥਿਊਰੀ ਕੀ ਕਿਹਾ ਸੀ? ਇਹਨੇ ਕਿਹਾ ਸੀ ਜਿਹੜੀ ਥਿਊਰੀ ਦਿੱਤੀ ਕਿੰਨੇ ਆ ਰਿਕਟਰ ਨੇ ਔਰ ਇਹਨੇ ਕਿਹਾ ਸੀ ਕਿ ਜਿਹੜੀ ਲਾਈਫ ਅਰਥ ਤੇ ਹੋਈ ਹੈ ਇਹ ਆਊਟਰ ਸਪੇਸ ਤੋਂ ਆਈ। ਕਿੱਥੋਂ ਆਈ ਹੈ? ਆਊਟਰ ਸਪੇਸ ਤੋਂ ਲਾਈਫ ਆਈ ਹੈ ਆਊਟਰ ਸਪੇਸ। ਔਰ ਇਹਨਾਂ ਦਾ ਕਹਿਣਾ ਇਹ ਸੀ ਕਿ ਜਿਹੜੀ ਲਾਈਫ ਹੈ ਇਹ ਸਪੋਰਸ ਦੇ ਫਾਰਮ ਵਿੱਚ ਕੀ ਆ ਇੱਕ ਅਰਲੀ ਗ੍ਰੀਕ ਥਿੰਕਰ ਥੌਟ ਯੂਨਿਟ ਆਫ ਲਾਈਫ ਕਾਲਡ ਸਪੋਰਸ। ਇਹਨਾਂ ਕਿਹਾ ਸੀ ਕਹਿੰਦੇ ਕਿ ਲਾਈਫ ਜਿਹੜੀ ਹੈ ਉਹ ਸਪੋਰਸ ਤੋਂ ਫਾਰਮ ਹੋਈ ਹੈ ਔਰ ਸਪੋਰਸ ਹੀ ਟ੍ਰਾਂਸਫਰ ਹੋਇਆ ਇੱਕ ਕਿਸੇ ਬਾਹਰ ਵਾਲੀ ਦੁਨੀਆ ਤੋਂ ਅਰਥ ਦੇ ਉੱਪਰ। ਕਿ ਅਰਥ ਦੇ ਉੱਪਰ ਸਪੋਰਸ ਗਿਰੇ ਆ ਕਿਸੇ ਹੋਰ ਬਾਹਰਲੀ ਦੁਨੀਆ ਤੋਂ ਔਰ ਉੱਥੋਂ ਕੀ ਹੋਇਆ ਅਰਥ ਦੇ ਉੱਪਰ ਲਾਈਫ ਸਟਾਰਟ ਹੋ ਗਈ। ਤਾਂ ਕਾਸਮਿਕ ਪੈਨਸਪਰਮੀਆ ਥਿਊਰੀ ਦੇ ਇਸ ਕਿੰਨੇ ਆ ਰਿਕਟਰ ਨੇ ਔਰ ਨੇ ਕਿਹਾ ਸੀਗਾ ਕਿ ਆਊਟਰ ਸਪੇਸ ਤੋਂ ਅਰਥ ਦੇ ਉੱਪਰ ਲਾਈਫ ਸ਼ੁਰੂ ਹੋਈ ਹੈ ਔਰ ਆਊਟਰ ਸਪੇਸ ਤੋਂ ਸਪੋਰਸ ਦੀ ਫਾਰਮ ਵਿੱਚ ਜਾਂ ਸਪੋਰਸ ਟ੍ਰਾਂਸਫਰ ਹੋਏ ਕਿਸੇ ਡਿਫਰੈਂਟ ਪਲੈਨਟ ਤੋਂ ਅਰਥ ਤੱਕ ਜਿਸ ਨਾਲ ਅਰਥ ਦੇ ਉੱਪਰ ਲਾਈਫ ਦੀ ਐਗਜ਼ਿਸਟੈਂਸ ਹੋਈ ਹੈ। ਔਰ ਪੈਨਸਪਰਮੀਆ ਜਿਹੜੀ ਥਿਊਰੀ ਹੈ ਐਸਟਰੋਨੋਮਰ ਇਸ ਥਿਊਰੀ ਨੂੰ ਫਿਲਹਾਲ ਵੀ ਆਪਣੇ ਫੇਵਰਟ ਮੰਨਦੇ ਆ ਇਸ ਥਿਊਰੀ ਨੂੰ। ਨੈਕਸਟ ਥਿਊਰੀ ਆਪਣੇ ਕੋਲ ਥਿਊਰੀ ਆਫ ਕੈਟਾਸਟ੍ਰੋਫਿਜ਼ਮ ਜਾਂ ਸਡਨ ਕ੍ਰੀਏਸ਼ਨ ਥਿਊਰੀ। ਤੇ ਇਹਦੇ ਵਿੱਚ ਇਹ ਦੇ ਕਿਨੇ ਜੀ ਕੂਵੀਅਰ ਨੇ। ਇੰਪੋਰਟੈਂਟ ਹੈ ਕੋਈ ਵੀ ਥਿਊਰੀ ਪੁੱਛ ਸਕਦੇ ਆ ਕਿਉਂਕਿ ਸਾਇੰਟਿਸਟ ਵੀ ਇੰਪੋਰਟੈਂਟ ਹੈ ਜਿਨ੍ਹਾਂ ਨੇ ਥਿਊਰੀ ਦੇਈ ਹੈ ਤਾਂ ਇਸ ਲਈ ਆਪਾਂ ਇਸ ਨੂੰ ਭੁੱਲ ਨਹੀਂ ਸਕਦੇ ਇਹਨਾਂ ਨੂੰ ਨਾਲ ਦੇ ਨਾਲ ਹੀ ਯਾਦ ਕਰਨਾ। ਜੀ ਕੂਵੀਅਰ ਤੇ ਜੀ ਕੂਵੀਅਰ ਇਹ ਫਾਦਰ ਆਫ ਮਾਡਰਨ ਪੈਲੈਂਟੋਲੋਜੀ ਫਾਦਰ ਆਫ ਮਾਡਰਨ ਪੈਲੈਂਟੋਲੋਜੀ ਅਗਰ ਪੁੱਛ ਸਕਦੇ ਤਾਂ ਫਾਦਰ ਆਫ ਮਾਡਰਨ ਪੈਲੈਂਟੋਲੋਜੀ ਕੌਣ ਹੈ? ਜੀ ਕੂਵੀਅਰ। ਇਸ ਨੇ ਕੀ ਕਿਹਾ ਸੀਗਾ? ਇਸ ਨੇ ਕਿਹਾ ਸੀ ਕਿ ਅਰਥ ਦੇ ਉੱਪਰ ਗ੍ਰੇਟ ਡਿਸਟਰਕਸ਼ਨ ਹੋਈ ਹੈ। ਗ੍ਰੇਟ ਡਿਸਟਰਕਸ਼ਨ ਹੋਈ ਤਾਂ ਉਸ ਤੋਂ ਬਾਅਦ ਕੀ ਹੋਇਆ? ਰੈਵੋਲੂਸ਼ਨ ਜਾਂ ਫਿਰ ਕੈਟਾਸਟ੍ਰੋਫਿਜ਼ਮ। ਕੈਟਾਸਟ੍ਰੋਫਿਜ਼ਮ ਹੁੰਦਾ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨਿਆ ਜਾਣਾ। ਕੈਟਾਸਟ੍ਰੋਫਿਜ਼ਮ ਹੁੰਦਾ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨਿਆ ਜਾਣਾ ਜਾਂ ਕਿਸੇ ਚੀਜ਼ ਦਾ ਖਤਮ ਹੋ ਜਾਣਾ। ਗ੍ਰੇਟ ਡਿਸਟਰਕਸ਼ਨ ਹੋਈ ਹੈ, ਡਿਜ਼ਾਸਟਰ ਇਵੈਂਟ ਹੋਏ ਆ ਅਰਥ ਦੇ ਉੱਪਰ। ਡਿਜ਼ਾਸਟਰ ਇਵੈਂਟ ਆਪਾਂ ਕਹਿ ਸਕਦੇ ਹਾਂ ਵਲਕੈਨੋ ਇਰਪਸ਼ਨ ਹੋ ਗਈ ਜਾਂ ਕੁਝ ਏਦਾਂ ਦੇ ਭਿਆਨਕ ਇਵੈਂਟ ਹੋਏ ਆ ਅਰਥ ਦੇ ਉੱਪਰ ਜਿਸ ਨਾਲ ਕੀ ਹੋਇਆ ਜਿੰਨੇ ਵੀ ਤਰ੍ਹਾਂ ਦੇ ਅਰਥ ਦੇ ਉੱਪਰ ਸੀਗੇ ਜੋ ਪਹਿਲਾਂ ਦੇ ਜੋ ਵੀ ਲਾਈਫ ਐਗਜ਼ਿਸਟ ਸੀ ਉਹ ਸਾਰੇ ਖਤਮ ਹੋ ਗਏ ਔਰ ਉਸ ਤੋਂ ਬਾਅਦ ਵਿੱਚ ਸਾਰੀਆਂ ਚੀਜ਼ਾਂ ਕੀ ਹੋਈਆਂ ਉਸ ਚੀਜ਼ਾਂ ਤੋਂ ਹੀ ਬਣਨਾ ਸ਼ੁਰੂ ਹੋ ਗਈਆਂ। ਨਿਊ ਵਾਲਾ ਜਿਹੜਾ ਆਰਗੇਨਿਜ਼ਮ ਹੈਗੇ ਆ ਜੋ ਗ੍ਰੇਟ ਡਿਸਟਰਕਸ਼ਨ ਹੋਈ ਹੈ ਉਸ ਗ੍ਰੇਟ ਡਿਸਟਰਕਸ਼ਨ ਦੇ ਵਿੱਚ ਜੋ ਵੀ ਚੀਜ਼ਾਂ ਸੀਗੀਆਂ ਉਹ ਸਾਰੀਆਂ ਡਿਸਟਰੋਏ ਹੋ ਗਈਆਂ ਕੰਪਲੀਟਲੀ ਡਿਸਟਰੋਇਜ਼ ਔਰ ਪ੍ਰੀ ਐਗਜ਼ਿਸਟਿੰਗ ਲਿਵਿੰਗ ਜਿੰਨੇ ਵੀ ਪਹਿਲਾਂ ਰਹਿ ਰਹੇ ਸੀ ਜੀਵ ਉਸ ਅਰਥ ਦੇ ਉੱਪਰ ਸਾਰੇ ਦੇ ਸਾਰੇ ਖਤਮ ਹੋ ਗਏ ਔਰ ਉਹਨਾਂ ਖਤਮ ਹੋਏ ਜੀਵਾਂ ਤੋਂ ਹੀ ਨਵੇਂ ਵਾਲੇ ਉਹਨਾਂ ਦੇ ਇਨਆਰਗੈਨਿਕ ਜਿਹੜਾ ਮੈਟਰ ਸੀ ਉੱਥੋਂ ਹੀ ਕੀ ਹੋਇਆ ਬਣਨਾ ਸ਼ੁਰੂ ਹੋ ਗਿਆ। ਇਹਨੇ ਕੀ ਕਿਹਾ ਸੀਗਾ? ਥਿਊਰੀ ਆਫ ਕੈਟਾਸਟ੍ਰੋਫਿਜ਼ਮ। ਕੈਟਾਸਟ੍ਰੋਫਿਜ਼ਮ ਦੇ ਵਿੱਚ ਇਹ ਹੈ ਕਿ ਇਸ ਨੇ ਕਿਹਾ ਸੀ ਕਿ ਅਰਥ ਦੇ ਉੱਪਰ ਗ੍ਰੇਟ ਡਿਸਟਰਕਸ਼ਨ ਹੋਈ ਹੈ। ਗ੍ਰੇਟ ਡਿਸਟਰਕਸ਼ਨ ਦੇ ਵਿੱਚ ਕੀ ਹੋਇਆ ਕਿ ਜੋ ਵੀ ਜੀਵ ਪਹਿਲਾਂ ਐਗਜ਼ਿਸਟ ਕਰ ਰਹੇ ਸੀ ਸਾਰੇ ਦੇ ਸਾਰੇ ਕੀ ਹੋ ਗਏ ਖਤਮ ਹੋ ਗਏ। ਖਤਮ ਹੋਣ ਦੇ ਨਾਲ ਜਿਹੜਾ ਉਹਨਾਂ ਦਾ ਇਨਆਰਗੈਨਿਕ ਮੈਟਰ ਬਚਿਆ ਇਨਆਰਗੈਨਿਕ ਮੈਟਰ ਔਰ ਇਨਆਰਗੈਨਿਕ ਮੈਟਰ ਤੋਂ ਕੀ ਹੋਇਆ ਨਿਊ ਵਾਲੀ ਲਾਈਫ ਸਟਾਰਟ ਹੋਈ ਨਿਊ ਲਾਈਫ ਐਗਜ਼ਿਸਟ। ਇਹ ਸੀ ਜੀ ਕੂਵੀਅਰ ਦਾ
ਜਿਸ ਨੂੰ ਆਪਾਂ ਕਿਹਾ ਥਿਊਰੀ ਆਫ ਕੈਟਾਸਟ੍ਰੋਫਿਸ, ਸਡਨ ਕ੍ਰੀਏਸ਼ਨ ਥਿਊਰੀ। ਇਹ ਸਾਰੇ ਚੀਜ਼ਾਂ ਜਿਹੜੇ ਪਹਿਲਾਂ ਵਾਲੇ ਪ੍ਰੀ ਐਗਜ਼ਿਸਟਿੰਗ ਇਨਆਰਗੈਨਿਕ ਮੈਟਰ ਤੋਂ ਵੀ origin ਹੋਇਆ ਲਾਈਫ ਦਾ। ਨੈਕਸਟ ਹੈ ਥਿਊਰੀ ਆਫ ਸਪੋਂਟੇਨੀਅਸ ਜਨਰੇਸ਼ਨ। ਥਿਊਰੀ ਆਫ ਸਪੋਂਟੇਨੀਅਸ ਜਨਰੇਸ਼ਨ, ਇਸ ਨੂੰ ਆਪਾਂ ਏਬਾਇਓਜੈਨਸਿਸ ਵੀ ਕਹਿੰਦੇ ਹਾਂ ਜਾਂ ਫਿਰ ਆਟੋਜੈਨਸਿਸ ਵੀ ਕਹਿੰਦੇ ਹਾਂ। ਇਹ ਥਿਊਰੀ ਦੇ ਕਿਨੇ ਸੀ? ਗ੍ਰੀਕ ਫਿਲੋਸਫਰ। ਔਰ ਇਹਨਾਂ ਦਾ ਇਹ ਕਹਿਣਾ ਸੀਗਾ, ਇਹ ਹਾਈਪੋਥੀਸਿਸ ਸੀਗੀ ਵੋਨ ਹੈਲਮੋਟ। ਥਿਊਰੀ ਆਫ ਸਪੋਂਟੇਨੀਅਸ ਕਿਨੇ ਦੇਈ ਹੈ? ਵੋਨ ਹੈਲਮੋਟ ਨੇ ਦੇਈ ਹੈ। ਔਰ ਇਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਨੀਲ ਰਿਵਰ ਹੈਗੀ ਹੈ, ਨੀਲ ਰਿਵਰ ਬਹੁਤ ਵੱਡੀ ਇਹ ਰਿਵਰ ਹੈਗੀ ਨੀਲ, ਅਫਰੀਕਾ ਔਰ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਹੋ ਕੇ ਨਿਕਲਦੀ ਹੈ, ਕਿਉਂਕਿ ਇਹਨਾਂ ਦਾ ਜਿਹੜਾ ਹੈ ਉਸ ਰਿਵਰ ਦੇ ਨਾਲ ਤਾਲੁਕਾਤ ਹੋਏਗਾ। ਇਸ ਲਈ ਇਹਨਾਂ ਕੀ ਕਹਿਤਾ ਕਿ ਮੁੱਢ ਜਿਹੜੀ ਹੈਗੀ ਨੀਲ ਰਿਵਰ ਦੀ, ਉਸ ਤੋਂ ਕੀ ਫਾਰਮ ਹੋਇਆ? ਫਿਸ਼ਸ, ਫਰੋਗ ਤੇ ਕ੍ਰੋਕੋਡਾਇਲ ਜਿਹੜੀ ਮੁੱਢ ਹੋਏਗੀ, ਜੋ ਉਸ ਦੇ ਵਿੱਚ ਮਿੱਟੀ ਜਾਂ ਹੋਰ ਵੀ ਆਪਾਂ ਕਹਿ ਸਕਦੇ ਹਾਂ ਰੋਟਿੰਗ ਮੈਟਰ ਜਿਹੜਾ ਵੀ ਆ ਨੀਲ ਰਿਵਰ ਦੇ ਵਿੱਚ, ਉਹਨਾਂ ਤੋਂ ਫਿਸ਼ਸ, ਫਰੋਗ ਤੇ ਕ੍ਰੋਕੋਡਾਇਲ ਵਗੈਰਾ ਉੱਥੋਂ ਪੈਦਾ ਹੋਣਾ ਸ਼ੁਰੂ ਹੋਏ ਹੈ ਵੈਨ ਵਾਰਮਡ ਬਾਏ ਲਾਈਟ ਰੇਜ਼। ਤਾਂ ਇਹ ਹਾਈਪੋਥੀਸਿਸ ਸੀਗੀ ਵੋਨ ਹੈਲਮੋਟ ਦੀ। ਨੀਲ ਰਿਵਰ ਦੇ ਵਿੱਚ ਜੋ ਵੀ ਰੋਟਿੰਗ ਮੈਟਰ ਸੀ, ਸਟਾ ਹੋ ਗਿਆ, ਮੁੱਢ ਹੋ ਗਿਆ, spontaneously they believed that mud of a Nile river could give rise to fishes, frog, crocodile, etc. when warmed by light rays। ਬਸ ਇਹ ਦੇਖਣਾ ਇਸ ਦੇ ਵਿੱਚ ਇੰਪੋਰਟੈਂਟ ਕੀ ਹੋਏਗਾ। ਇਸ ਥਿਊਰੀ ਆਫ ਸਪੋਂਟੇਨੀਅਸ ਜਨਰੇਸ਼ਨ ਕਿਹਨੇ ਦੇਈ ਹੈ? ਵੋਨ ਹੈਲਮੋਟ ਨੇ। ਥਿਊਰੀ ਆਫ ਕੈਟਾਸਟ੍ਰੋਫਿਜ਼ਮ ਕਿਹਨੇ ਕਹੀ ਸੀ? ਜੀ ਕੂਵੀਅਰ ਨੇ। ਔਰ ਇਹ ਥਿਊਰੀ ਵੀ ਪਤਾ ਹੋਣੀ ਚਾਹੀਦੀ ਹੈ ਕਿ ਇਸ ਦਾ ਲੌਜਿਕ ਕੀ ਦਿਆ ਹੋਇਆ। ਨੈਕਸਟ ਹੈ ਥਿਊਰੀ ਆਫ ਬਾਇਓਜੈਨਸਿਸ। ਥਿਊਰੀ ਆਫ ਬਾਇਓਜੈਨਸਿਸ ਕਿਹਨੇ ਦੇਈ ਹੈ? ਹਾਰਵੇ ਤੇ ਹਕਸਲੇ। ਹਾਰਲੇ ਐਂਡ ਹਕਸਲੇ। ਔਰ ਸਪੋਰਟ ਕਿਹਨਾਂ ਕਰੀ ਹੋਈ ਹੈ? ਸਪੋਰਟਰ ਆਫ ਥਿਊਰੀ ਕਿਹੜੇ ਵਾਲੇ ਹੈ? ਫ੍ਰਾਂਸਿਸਕੋ ਰੈਡੀ, ਲੈਜ਼ਾਰੋ ਸਪੈਲਨਜਲ ਐਂਡ ਲੂਇਸ ਪਾਸਚਰ। ਔਰ ਇਸ ਤੋਂ ਬਾਅਦ ਚ ਲੂਇਸ ਪਾਸਚਰ ਨੇ ਇਸ ਥਿਊਰੀ ਨੂੰ, ਸਪੋਰਟ ਥਿਊਰੀ ਆਫ ਬਾਇਓਜੈਨਸਿਸ ਨੂੰ ਪ੍ਰੂਵ ਕਰਨੀ ਇੱਕ ਐਕਸਪੈਰੀਮੈਂਟ ਕਰਿਆ। ਉਸ ਐਕਸਪੈਰੀਮੈਂਟ ਨੂੰ ਆਪਾਂ ਕਹਿੰਦੇ ਸਵਨ ਨੈਕ ਫਲਾਸਕ ਐਕਸਪੈਰੀਮੈਂਟ। ਇਹ ਸਾਰੇ ਦੇ ਸਾਰੇ ਥਿਊਰੀ ਆਫ ਬਾਇਓਜੈਨਸਿਸ ਹਾਰਵੇ ਐਂਡ ਹਕਸਲੇ ਨੇ ਹੀ ਕਰੀ ਹੈ ਥਿਊਰੀ। ਲੇਕਿਨ ਇਸ ਥਿਊਰੀ ਦੇ ਜਿਹੜੇ ਸਪੋਰਟਰ ਸੀਗੇ ਉਹ ਆਪਣੇ ਕੋਲ ਫ੍ਰਾਂਸਿਸਕੋ, ਲੈਜ਼ਾਰੋ ਐਂਡ ਲੂਇਸ ਪਾਸਚਰ ਹੈ। तो लुइस पास्चर ने एक एक्सपेरिमेंट परफॉर्म करा जिसनों ਆਪਾਂ ਕਹਿੰਦੇ ਸਵਨ ਨੈਕ ਫਲਾਸਕ ਐਕਸਪੈਰੀਮੈਂਟ। ਪੁੱਛ ਸਕਦੇ ਆ ਸਵਨ ਨੈਕ ਫਲਾਸਕ ਐਕਸਪੈਰੀਮੈਂਟ ਕੀ ਹੈ? ਇਸਨੇ ਆਲੀ ਜਿਹੜੀ ਬੋਤਲ ਲਈ ਹੈ ਆ ਐਸ ਟਾਈਪ ਹੈ ਤੇ ਇਸ ਲਈ ਕੀ ਕਹਿੰਦੇ ਆ? ਸਵਨ ਨੈਕ ਐਸ ਟਾਈਪ ਹੈ ਤੇ ਇਸ ਸਵਨ ਨੈਕ ਫਲਾਸਕ ਐਕਸਪੈਰੀਮੈਂਟ ਕਹਿੰਦੇ ਆ ਇਸਨੂੰ। ਤਾਂ ਇਸ ਦੇ ਵਿੱਚ ਲਿਆ ਕੇ ਇਹਨੇ ਬੋਲਿੰਗ ਆਪਣੇ ਕੋਲ ਵਾਟਰ ਪਿਆ ਹੋਇਆ, ਵਿੱਚ ਕੀ ਪਾਇਆ? ਈਸਟ ਤੇ ਸ਼ੂਗਰ ਸੋਲੂਸ਼ਨ ਲੈ ਲੈਂਦਾ ਤੇ ਉਸਨੂੰ ਬੋਇਲ ਕਰ ਰਿਹਾ ਕਿਹੜੇ ਵਾਲੇ ਸਵਨ ਫਲਾਸਕ ਦੇ ਵਿੱਚ। ਇੱਕ ਵਾਰ ਇਸਨੇ ਕੀ ਕਰਤਾ, ਇੱਥੋਂ ਆਵਲੀ ਜਗ੍ਹਾ ਤੋਂ ਕਿ ਜੋ 에ਅਰ ਐਂਟਰ ਕਰ ਰਹੀ ਹੈ, 에ਅਰਬੋਰਨ ਜਿਹੜੇ ਪਾਰਟੀਕਲ ਹੈਗੇ ਆ, ਇੱਥੋਂ ਕੀ ਹੈ ਇਹ ਐਸ ਟਾਈਪ ਹੈ ਬੋਤਲ, ਤੇ ਜਿੰਨੇ 에ਅਰਬੋਰਨ ਪਾਰਟੀਕਲ ਹੈਗੇ ਆ ਉਹ ਕੀ ਹੋ ਗਿਆ ਇੱਥੇ ਟਰੈਪ ਹੋ ਰਿਹਾ ਆਲੀ ਜਗ੍ਹਾ ਦੇ ਵਿੱਚ, ਕਿਉਂਕਿ ਇੱਥੇ ਸਟਰਲਾਈਜ਼ ਕਰ ਦਿੱਤਾ। ਜੋ ਈਸਟ ਪਾਈ ਹੈ ਉਹ ਕੀ ਹੋ ਗਈ? ਡੈਡ ਹੋ ਗਈ, ਡੈਡ ਹੋ ਗਈ ਕਿਸੇ ਤਰ੍ਹਾਂ ਦਾ ਇੱਥੋਂ ਡੈਡ ਹੋਣ ਕਰਕੇ ਸਟਰਲਾਈਜ਼ ਪੂਰੀ ਤਰ੍ਹਾਂ ਕਰ ਲਿਆ। ਈਸਟ ਕੀ ਇੱਕ ਤਰ੍ਹਾਂ ਦੀ ਫੰਗਸ ਹੀ ਹੈ, यूनिसेलुलर फंगस ही है ना ईस्ट। और शुगर सोल्यूशन ਜਦੋਂ ਸਟਰਲਾਈਜ਼ ਕਰ ਲਿਆ, ਇੱਥੇ ਡੈਡ ਹੋ ਗਈ ਫੰਗਸ ਜਿਹੜੀ ਈਸਟ ਪਾਈ ਉਹ ਕੀ ਹੋ ਗਈ? ਪੂਰੀ ਤਰ੍ਹਾਂ ਖਤਮ ਹੋ ਗਈ, ਸਟਰਲਾਈਜ਼ ਹੋ ਗਿਆ। ਸਟਰਲਾਈਜ਼ ਤੋਂ ਬਾਅਦ ਵਿੱਚ ਕੀ ਹੈ? ਪਹਿਲਾਂ ਉਸਨੇ ਐਸ ਟਾਈਪ ਜਿਹੜੀ ਆ ਪੁਰਸਵਨ ਬੋਤਲ ਆ, ਇੱਥੋਂ ਕੋਈ ਵੀ 에ਅਰਬੋਰਨ ਪਾਰਟੀਕਲ ਜੋ ਆ ਰਹੇ ਉਹ ਕੀ ਹੋ ਰਹੇ ਸੀ? ਐਸ ਸ਼ੇਪ ਦੇ ਵਿੱਚ ਟਰੈਪ ਹੋ ਰਹੇ ਸੀ। ਇੱਥੇ ਕੀ ਹੋ ਜਾਂਦੇ ਸੀ? ਟਰੈਪ ਹੋ ਜਾਂਦੇ ਸੀ ਕੋਈ ਵੀ ਪਾਰਟੀਕਲ ਜਿਹੜੇ ਉੱਪਰੋਂ 에ਅਰ ਦੇ ਵਿੱਚ ਡਸਟ ਪਾਰਟੀਕਲ ਆ ਰਹੇ ਜਾਂ ਕੋਈ ਹੋਰ ਚੀਜ਼ ਟਰੈਪ ਹੋ ਜਾਂਦੇ ਸੀ। ਇੱਥੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੈਕਟੀਰੀਆ ਪੈਦਾ ਨਹੀਂ ਹੋਇਆ, ਨੋ ਬੈਕਟੀਰੀਆ। ਅਗਰ ਜਦੋਂ ਕੋਈ ਬੈਕਟੀਰੀਆ ਨਹੀਂ ਹੋਇਆ ਪੈਦਾ, ਫਿਰ ਸੈਕਿੰਡ ਟਾਈਮ ਇਸਨੇ ਕੀ ਕਰਿਆ? ਆਹ ਵਾਲੀ ਜਗ੍ਹਾ ਤੋਂ
ਸੈਕਿੰਡ ਕੇਸ ਦੇ ਵਿੱਚ ਇਸ ਨੇ ਉੱਪਰ ਵਾਲਾ ਜਿਹੜਾ ਐਸ ਟਾਈਪ ਸ਼ੇਪ ਦੇ ਰੱਖੀ ਸੀ ਉਸ ਨੇ ਕਰਤਾ ਬ੍ਰੇਕ ਕਰਤਾ। ਜਦੋਂ ਬ੍ਰੇਕ ਕਰਿਆ ਤਾਂ ਇੱਥੇ 에ਅਰ ਆ ਗਈ, 에ਅਰ ਵੀ ਆਣਾ ਐਂਟਰ ਕਰਤਾ, 에ਅਰ ਦੇ ਨਾਲ 에ਅਰਬੋਰਨ ਪਾਰਟੀਕਲ ਵੀ ਆਣੇ ਸ਼ੁਰੂ ਹੋ ਗਏ ਤਾਂ ਇੱਥੇ ਕੀ ਹੋ ਗਿਆ, ਬੈਕਟੀਰੀਆ ਪੈਦਾ ਹੋਣਾ ਸ਼ੁਰੂ। ਬੈਕਟੀਰੀਆ ਕਿੱਦਾਂ ਹੋਇਆ, ਫਿਰ ਉਹਨੇ ਕਹਿ ਦਿੱਤਾ ਕਿ ਲਾਈਫ ਜਿਹੜੀ ਹੈ ਪ੍ਰੀ ਐਗਜ਼ਿਸਟਿੰਗ ਜਿਹੜੇ ਮੈਟਰ ਹੈ ਉਸ ਤੋਂ ਹੀ ਓਰੀਜੀਨੇਟ ਹੋ ਰਹੀ ਹੈ, ਪ੍ਰੀ ਐਗਜ਼ਿਸਟਿੰਗ ਤੋਂ ਹੀ ਨਿਊ ਵਾਲਾ ਆਰਗੇਨਿਜ਼ਮ ਹੈ ਉਹ ਪ੍ਰੋਡਿਊਸ ਹੋ ਰਿਹਾ। ਤਾਂ ਇਹ ਐਕਸਪੈਰੀਮੈਂਟ ਕਿੰਨੇ ਗਿਆ ਸੀਗਾ, ਇਹ ਕਰਿਆ ਸੀ ਲੂਇਸ ਪਾਸਚਰ ਨੇ। ਐਕਸਪੈਰੀਮੈਂਟ ਨਾਮ ਹੈ ਸਵਨ ਨੈਕ ਫਲਾਸਕ ਐਕਸਪੈਰੀਮੈਂਟ। ਔਰ ਜਿਹੜੀ ਇਹਨਾਂ ਨੇ ਥਿਊਰੀ ਹਾਰਵੇ ਤੇ ਹਸਲੇ ਨੇ ਕਹੀ ਸੀ, ਦੇਖੋ ਓਮਨਿਸ ਵੀਵਮ ਐਕਸ ਓਵੋ ਜਾਂ ਵੀਵੋ, ਇਹ ਉਹਨਾਂ ਨੇ ਆਪਣੇ ਹੀ ਇੱਕ ਲੈਂਗੁਏਜ ਦੇ ਵਿੱਚ ਇੱਕ ਟਰਮ ਦਿੱਤੀ ਹੈ ਜਿਸ ਦਾ ਮੀਨਿੰਗ ਕਿਸੇ ਨਿਊ ਲਾਈਫ ਕੈਨ ਬੀ originated ਔਨ ਅਰਥ ਓਨਲੀ ਬਾਈ ਪ੍ਰੀ ਐਗਜ਼ਿਸਟਿੰਗ ਲਾਈਫ। ਓਮਨਿਸ ਵੀਵਮ ਐਕਸ ਓਵੋ ਔਰ ਵੀਵੋ, ਕਿ ਜਿਹੜੀ ਨਿਊ ਲਾਈਫ ਐਗਜ਼ਿਸਟ ਕਰੇਗੀ ਉਹ ਪ੍ਰੀ ਐਗਜ਼ਿਸਟਿੰਗ ਲਾਈਫ ਤੋਂ ਹੀ ਓਰੀਜਿਨੇਟ ਹੋਏਗੀ। ਤਾਂ ਇਸ ਥਿਊਰੀ ਨੂੰ ਪ੍ਰੂਵ ਕਿਨੇ ਕਰਿਆ ਸੀਗਾ, ਲੂਇਸ ਪਾਸਚਰ ਨੇ, ਜਿਸਨੇ ਸਵੈਨ ਨੈਕ ਨਾਮ ਦਾ ਇੱਕ ਐਕਸਪੈਰੀਮੈਂਟ ਪਰਫਾਰਮ ਕਰਿਆ ਜਿਸ ਦੇ ਨਾਲ ਉਸਨੇ ਪ੍ਰੂਵ ਕਰਿਆ ਕਿ ਫੰਗਸ ਤੋਂ ਬੈਕਟੀਰੀਆ ਪ੍ਰੋਡਿਊਸ ਹੋ ਰਿਹਾ। ਦੇਖੋ ਫੰਗਸ ਦੇ ਜਿਹੜੇ ਬਚੇ ਹੋਏ ਸੀਗੇ ਡੈਡ ਰਿਮੇਨ, ਉਸ ਤੋਂ ਕੀ ਹੋ ਗਿਆ, ਬੈਕਟੀਰੀਆ ਜਦੋਂ 에ਅਰ ਔਰ 에ਅਰਬੋਰਨ ਪਾਰਟੀਕਲ ਐਂਟਰ ਕਰ ਗਏ ਸਵਨ ਨੈਕ, ਅਗਰ ਜਦੋਂ ਆਪਾਂ ਬ੍ਰੇਕ ਕਰਤੇ ਤਾਂ ਉੱਥੋਂ ਕੀ ਹੋਣਾ ਸ਼ੁਰੂ ਹੋ ਗਿਆ, ਬੈਕਟੀਰੀਆ ਪੈਦਾ ਹੋਣਾ ਸ਼ੁਰੂ ਹੋ ਗਿਆ। ਕੁਝ ਐਕਸਟਰਾ ਤਾਂ ਐਡ ਕਰਿਆ ਨਹੀਂ ਸੀ, ਉਸ ਹੀ ਪਾਣੀ ਦੇ ਵਿੱਚ ਸ਼ੂਗਰ ਸੋਲਿਊਸ਼ਨ ਸੀ, ਉਹਦੇ ਵਿੱਚ ਕੀ ਹੈਗਾ, ਈਸਟ ਦਾ ਰਿਮੇਨ ਪਿਆ ਹੋਇਆ, ਈਸਟ ਦਾ ਰਿਮੇਨਿੰਗ ਪਾਰਟ ਹੀ ਹੈ ਨਾ, ਡੈਡ ਰਿਮੇਨ ਪਏ ਹੋਏ, ਉਸ ਦੇ ਨਾਲ ਕੀ ਜਦੋਂ 에ਅਰ ਐਂਡ 에ਅਰਬੋਰਨ ਪਾਰਟੀਕਲ ਤੋਂ ਐਡ ਹੋਏ ਤਾਂ ਉਹਦੇ ਨਾਲ ਕੀ ਹੋ ਗਿਆ, ਬੈਕਟੀਰੀਆ ਪੈਦਾ ਹੋਣਾ ਸ਼ੁਰੂ ਹੋ। ਲੇਕਿਨ ਜਦੋਂ ਤੱਕ ਐਸ ਸ਼ੇਪ ਸੀਗੀ ਇੱਥੋਂ 에ਅਰਬੋਰਨ ਪਾਰਟੀਕਲ ਟਰੈਪ ਹੋ ਰਹੇ ਸੀ ਤੇ ਟਰੈਪ ਹੋਣ ਕਰਕੇ ਨੀਚੇ ਤੱਕ ਕੁਝ ਵੀ ਨਹੀਂ ਪਹੁੰਚ ਰਿਹਾ ਸੀ, ਉਹਦੇ ਨਾਲ ਕੀ ਹੈ, ਕਿਸੇ ਤਰ੍ਹਾਂ ਦਾ ਕੋਈ ਵੀ ਪਾਰਟੀਕਲ ਪ੍ਰੋਡਿਊਸ ਨਹੀਂ ਹੋ ਰਿਹਾ ਸੀ। ਨੈਕਸਟ ਹੈ